ਪਿਆਰੇ ਸਰੋਤਿਓ, ਮੈਂ ਕਮਲਜੀਤ ਸਿੰਘ ਕੁਟੀ ਹਾਜ਼ਰ ਹਾਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ 'ਚ ਸਾਡੀ ਇਸ ਗੱਲਬਾਤ ਦਾ ਵਿਸ਼ਾ ਹੈ ਆਜ਼ਾਦੀ ਦੇ 75 ਸਾਲ ਤਰੱਕੀ ਦੇ ਪੜਾਅ। ਆਜ਼ਾਦੀ ਤੋਂ ਬਾਅਦ 75 ਵਰ੍ਹਿਆਂ ਦੇ ਵਿੱਚ ਭਾਰਤ ਨੇ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਕੀਤੀਆਂ, ਆਰਥਿਕ ਤੌਰ 'ਤੇ, ਇਤਿਹਾਸਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਸਮਾਜਿਕ ਤੌਰ 'ਤੇ ਅਸੀਂ ਕਿੱਥੇ ਸੀ ਅਤੇ ਕਿੱਥੇ ਪਹੁੰਚੇ ਹਾਂ। ਇਸ ਵਿਸ਼ੇ 'ਤੇ ਅੱਜ ਆਪਾਂ ਇਹ ਗੱਲਬਾਤ ਕਰਾਂਗੇ। ਅੱਜ ਦੀ ਇਸ ਗੱਲਬਾਤ ਦੇ ਵਿੱਚ ਮੇਰੇ ਨਾਲ ਨੇ ਪ੍ਰੋਫੈਸਰ ਡਾਕਟਰ ਬਿਕਰਮ ਸਿੰਘ ਵਿਰਕ, ਜਿਹੜੇ ਕਿ ਸੇਵਾ ਮੁਕਤ ਪ੍ਰਿੰਸੀਪਲ ਨੇ ਅਤੇ ਆਰਥਿਕ ਮਾਮਲਿਆਂ ਦੇ ਮਾਹਰ ਨੇ। ਇਸ ਤੋਂ ਇਲਾਵਾ ਮੇਰੇ ਨਾਲ ਨੇ ਡਾਕਟਰ ਕੁਨਾਲ ਮਹਿਤਾ, ਜਿਹੜੇ ਕਿ ਬਤੌਰ ਸਹਾਇਕ ਪ੍ਰੋਫੈਸਰ ਇਤਿਹਾਸ ਦੇ ਵਿਸ਼ੇ ਦੇ ਵਿੱਚ ਉਹਨਾਂ ਨੂੰ ਮਹਾਰਤ ਹੈ ਅਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਅਤੇ ਉਹ ਇਤਿਹਾਸਕ ਪੱਖ ਦੀ ਸਾਨੂੰ ਜਾਣਕਾਰੀ ਦੇਣਗੇ, ਉਹਦੀ ਅਸੀਂ ਪੜਚੋਲ ਕਰਾਂਗੇ। ਇਸ ਤੋਂ ਇਲਾਵਾ ਸ਼੍ਰੀ ਪ੍ਰੀਤਮ ਸਿੰਘ ਜੀ ਗੁਲਸ਼ਨ, ਜਿਹੜੇ ਕਿ ਪੱਤਰਕਾਰ ਨੇ ਅਤੇ ਆਜ਼ਾਦੀ ਘੁਲਾਟੀਏ ਸਰਦਾਰ ਉਜਾਗਰ ਸਿੰਘ ਬਿਲਗਾ ਦੇ ਸਪੁੱਤਰ ਨੇ। ਉਹ ਸੰਵਿਧਾਨਕ ਤੌਰ 'ਤੇ ਅਸੀਂ ਕੀ ਤਰੱਕੀ ਕੀਤੀ ਹੈ, ਵਿਗਿਆਨਕ ਤੌਰ 'ਤੇ, ਤਕਨੀਕੀ ਤੌਰ 'ਤੇ ਕੀ ਤਰੱਕੀ ਕੀਤੀ ਹੈ, ਇਸ ਵਿਸ਼ੇ 'ਤੇ ਆਪਣੇ ਨਾਲ ਚਰਚਾ ਕਰਨਗੇ। ਤਾਂ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਮਹਿਮਾਨਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਜੀ। ਤਾਂ ਵਿਰਕ ਸਾਹਿਬ, ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਤੁਹਾਨੂੰ ਹੈ ਕਿ ਆਜ਼ਾਦੀ ਤੋਂ ਬਾਅਦ ਆਰਥਿਕ ਤੌਰ 'ਤੇ ਅਸੀਂ ਕਿੱਥੇ ਸੀ ਅਤੇ ਕਿੱਥੇ ਪਹੁੰਚੇ ਹਾਂ। ਇਸ ਵਿਸ਼ੇ 'ਤੇ ਆਰਥਿਕ ਤਰੱਕੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭਾਰਤ ਦੀ ਨੂੰ? ਕੁੱਟੀ ਸਾਹਿਬ, ਅੱਜ ਜਦੋਂ ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ, ਇਸ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣ ਦੇ ਨਾਲ ਨਾਲ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੂੰਗਾ ਕਿ ਆਰਥਿਕ ਤੌਰ ਦੇ ਉੱਤੇ 1947 ਦੇ ਵਿੱਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਜੀ, ਤਾਂ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਆਰਥਿਕ ਪੱਖ ਤੋਂ ਬਹੁਤ ਜ਼ਿਆਦਾ ਅਸੀਂ ਪਛੜੇ ਹੋਏ ਸੀ ਜੀ। ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਸੀ। ਸਭ ਤੋਂ ਜਿਹੜੀ ਵੱਡੀ ਸਮੱਸਿਆ ਸੀ ਉਹ ਸੀ ਖਾਦ ਪਦਾਰਥਾਂ ਦੀ, ਫੂਡ ਗ੍ਰੇਨਸ ਦੀ। ਸਾਡੀ ਆਬਾਦੀ ਜ਼ਿਆਦਾ ਸੀ, ਉਹਦੇ ਮੁਤਾਬਿਕ ਅਸੀਂ ਅਨਾਜ ਓਨਾ ਪੈਦਾ ਨਹੀਂ ਸੀ ਕਰ ਸਕਦੇ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੁੱਢਲਾ ਢਾਂਚਾ ਹੈ ਸਨਅਤੀਕਰਨ ਵਾਸਤੇ, ਖੇਤੀ ਵਾਸਤੇ ਜਾਂ ਕਿਸੇ ਵੀ ਹੋਰ ਚੀਜ਼ ਵਾਸਤੇ, ਉਹਦੀ ਬਹੁਤ ਵੱਡੀ ਅਣਹੋਂਦ ਸੀ। ਭਾਵੇਂ ਅਸੀਂ ਉਹ ਬਿਜਲੀ ਦੀ ਗੱਲ ਕਰ ਲਈਏ, ਭਾਵੇਂ ਉਹ ਅਸੀਂ ਸਟੀਲ ਦੀ ਗੱਲ ਕਰ ਲਈਏ, ਭਾਵੇਂ ਉਹ ਸੀਮੈਂਟ ਦੀ ਗੱਲ ਕਰ ਲਈਏ। ਤਾਂ ਇੱਕ ਤਰ੍ਹਾਂ ਦੇ ਨਾਲ ਦੇਸ਼ ਐਉਂ ਕਹਿ ਲਓ ਕਿ ਅੰਗਰੇਜ਼ਾਂ ਵੱਲੋਂ ਆਪਣੇ ਹਿਸਾਬ ਨਾਲ ਇੱਕ ਮੰਡੀ ਦੇ ਰੂਪ ਵਿੱਚ ਇਹਨੂੰ ਵਿਕਸਿਤ ਕੀਤਾ ਗਿਆ ਸੀ। ਇਹ ਸੋਚ ਕੇ ਵਿਕਸਿਤ ਨਹੀਂ ਸੀ ਕੀਤਾ ਗਿਆ ਕਿ ਸਾਡੇ ਲੋਕਾਂ ਦੀ ਭਲਾਈ ਜਾਂ ਸਾਡੇ ਨਾਗਰਿਕਾਂ ਦੀ ਭਲਾਈ ਉਹਦੇ ਵਾਸਤੇ ਕੰਮ ਕੀਤਾ ਗਿਆ ਹੋਵੇ ਜੀ। ਤਾਂ ਉਸ ਵੇਲੇ ਸਭ ਤੋਂ ਪਹਿਲਾਂ ਮਤਲਬ ਅਸੀਂ ਜਦੋਂ ਪੂਰੇ 75 ਸਾਲ ਦੀ ਵੰਡ ਕਰਦੇ ਹਾਂ ਹਿੰਦੁਸਤਾਨ ਦੀ ਅਰਥ ਵਿਵਸਥਾ ਦੇ ਵਿੱਚ, ਤਾਂ ਅਸੀਂ ਮੋਟੇ ਤੌਰ 'ਤੇ ਦੋ ਪੜਾਅ ਲੈਂਦੇ ਹਾਂ। ਇੱਕ ਤਾਂ ਉਹ ਪੜਾਅ ਜਿਹੜਾ 1991 ਤੋਂ ਪਹਿਲੇ ਦਾ ਆ, ਜਿਹਨੂੰ ਅਸੀਂ ਪ੍ਰੀ LPG ਜਾਣੀ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਤੋਂ ਪਹਿਲਾਂ ਦਾ ਫੇਸ ਕਹਿੰਦੇ ਹਾਂ, ਔਰ ਦੂਸਰਾ 1991 ਤੋਂ ਬਾਅਦ ਦਾ। ਤਾਂ 1947 ਦੇ ਵਿੱਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਦੇਸ਼ ਦੇ ਵਿਕਾਸ ਵਾਸਤੇ ਜਿਹੜਾ ਸਮਾਜਿਕ ਪੈਟਰਨ, ਸੋਸ਼ਲ ਪੈਟਰਨ, ਮਿਕਸਡ ਇਕੋਨਮੀ ਉਹਨੂੰ ਅਸੀਂ ਕਹਿ ਦਿੰਦੇ ਹਾਂ, ਮਿਸ਼ਰਤ ਅਰਥ ਵਿਵਸਥਾ, ਉਹ ਜਿਹੜੀ ਲੈ ਕੇ ਆਂਦੀ, ਜਿਹਦੇ ਵਿੱਚ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਜਿਹੜੇ ਸੀ ਉਹ ਰਲ ਕੇ ਕੰਮ ਕਰਨਗੇ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਮੁੱਢਲੇ ਢਾਂਚੇ ਦੀ ਬਹੁਤ ਵੱਡੀ ਅਣਹੋਂਦ ਸੀ ਜੀ। ਇਸ ਵਾਸਤੇ ਪਬਲਿਕ ਸੈਕਟਰ ਜਿਹੜਾ ਸੀਗਾ ਉਹਨੂੰ ਉਤਸ਼ਾਹਿਤ ਕੀਤਾ ਗਿਆ ਜੀ। 5 ਸਾਲਾ ਯੋਜਨਾਵਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਕਿ ਅਸੀਂ 5 ਸਾਲਾ ਯੋਜਨਾਵਾਂ ਬਣਾਵਾਂਗੇ। ਇੱਕ 5 ਸਾਲਾ ਯੋਜਨਾ ਇੱਕ ਖੇਤਰ ਦੇ ਉੱਤੇ ਫੋਕਸ ਕੀਤਾ ਜਾਊਗਾ। ਉਹਦੇ ਵਿੱਚ ਜਿਸ ਤਰੀਕੇ ਨਾਲ ਸਭ ਤੋਂ ਪਹਿਲੀ ਦੇਸ਼ ਦੀ ਲੋੜ ਜਿਹੜੀ ਉਹ ਅਨਾਜ ਦੀ ਜ਼ਰੂਰਤ ਸੀ ਜੀ, ਉਹਦੇ ਵਾਸਤੇ ਪਹਿਲੇ 5 ਸਾਲ ਔਰ ਉਸ ਤੋਂ ਬਾਅਦ ਦੇ ਵਿੱਚ ਅਗਲੇ 5 ਸਾਲ ਵੀ ਖੇਤੀ ਨੂੰ ਮੁੱਖ ਰੱਖ ਕੇ ਨਿਵੇਸ਼ ਕੀਤਾ ਗਿਆ, ਜਿਹਦੇ ਸਿੱਟੇ ਵਜੋਂ ਭਾਖੜਾ ਡੈਮ ਬਣਿਆ, ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਡੈਮ ਉਸਾਰੇ ਗਏ, ਬਿਜਲੀ ਪੈਦਾ ਕੀਤੀ ਗਈ, ਸੋਧੀਆਂ ਹੋਈਆਂ ਵਰਾਇਟੀਜ਼ ਲਿਆ ਕੇ ਪੰਜਾਬ, ਹਰਿਆਣਾ, ਇਹਦੀ ਵਜ੍ਹਾ ਦੇ ਨਾਲ ਹਰਾ ਇਨਕਲਾਬ ਆਇਆ ਸਾਡੇ ਇਸ ਖਿੱਤੇ ਦੇ ਵਿੱਚ, ਹਰਾ ਇਨਕਲਾਬ ਆਇਆ ਔਰ ਉਹਦੇ ਨਾਲ ਦੇਸ਼ ਜਿਹੜਾ ਹੈਗਾ ਖਾਦ ਪਦਾਰਥਾਂ ਦੇ ਖੇਤਰ ਦੇ ਵਿੱਚ ਆਤਮ ਨਿਰਭਰ ਹੋਇਆ। ਪਰ ਜੇ ਅਸੀਂ ਇਸ ਸਾਰੇ ਸਮੇਂ ਦੀ ਵਿਕਾਸ ਦਰ ਦੇਖੀਏ, ਕਿਉਂਕਿ ਸਾਡੀ ਪਾਪੂਲੇਸ਼ਨ ਦੀ ਗਰੋਥ ਰੇਟ ਵੀ ਬਹੁਤ ਜ਼ਿਆਦਾ ਸੀ, ਇਸ ਕਰਕੇ ਸਾਡੀ ਵਿਕਾਸ ਦਰ ਜਿਹੜੀ ਇਸ ਸਮੇਂ ਦੀ 2.5% ਤੋਂ ਲੈ ਕੇ 3.5% ਦੇ ਦਰਮਿਆਨ ਹੀ ਰਹੀ। ਹੁਣ ਜੇ ਅਸੀਂ 1991 ਤੋਂ ਬਾਅਦ ਦੀ ਗੱਲ ਕਰਦੇ ਹਾਂ, ਉਸ ਵੇਲੇ ਦੇਸ਼ ਦੀ ਅਰਥ ਵਿਵਸਥਾ ਨੂੰ ਖੋਲ੍ਹਿਆ ਗਿਆ, ਬਰਾਬਰ ਦੇ ਜਿਹੜੇ ਪ੍ਰਾਈਵੇਟ ਸੈਕਟਰ ਨੂੰ ਮੌਕੇ ਮੁਹੱਈਆ ਕਰਵਾਏ ਗਏ। ਉਸ ਤੋਂ ਬਾਅਦ ਦੇ ਵਿੱਚ ਸਾਡੇ ਦੇਸ਼ ਦੀ ਜਿਹੜੀ ਆਰਥਿਕ ਤਰੱਕੀ ਦੀ ਦਰ ਹੈ ਉਹ ਬਹੁਤ ਤੇਜ਼ੀ ਨਾਲ ਵਧੀ, 7%, 8%, 9%। ਕੋਵਿਡ ਪੀਰੀਅਡ ਨੂੰ ਜੇ ਅਸੀਂ ਛੱਡ ਲਈਏ ਤੇ ਔਸਤ ਇਹ ਇੰਨੇ ਸਮੇਂ ਦੀ 7 ਤੋਂ 8 ਦੇ ਦਰਮਿਆਨ ਪੂਰੀ ਦੁਨੀਆ ਦੇ ਵਿੱਚ ਦੂਸਰੇ ਨੰਬਰ 'ਤੇ ਰਹਿੰਦੀ ਹੈ। ਚਾਈਨਾ ਸਿਰਫ ਇੱਕ ਐਕਸੈਪਸ਼ਨ ਹੈ ਜਿਹੜਾ ਸਾਡੇ ਤੋਂ ਇਸ ਖੇਤਰ ਦੇ ਵਿੱਚ ਅੱਗੇ ਹੈ।
ਤੋ ਕਹਿਣ ਦਾ ਭਾਵ ਅਸੀਂ ਬਹੁਤ ਤਰੱਕੀ ਕੀਤੀ। ਜੇ ਫਿਗਰ ਦੀ ਗੱਲ ਕਰੀਏ 50-51 'ਚ ਸਾਡਾ ਜਿਹੜਾ ਕੁੱਲ ਘਰੇਲੂ ਉਤਪਾਦ ਸੀ ਉਹ ਤਕਰੀਬਨ 3000 ਰੁਪਈਏ ਦੇ ਕਰੀਬ ਸੀ, 3000 ਅਰਬ। ਇਸ ਵੇਲੇ ਵੇਖੀਏ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਅਸੀਂ $5 ਟ੍ਰਿਲੀਅਨ ਦੀ ਇਕੋਨਮੀ ਜਿਹੜੀ ਦੁਨੀਆ ਦੇ ਕੁਝ ਦੇਸ਼ ਉਹਦੇ ਵਿੱਚ ਨੇ ਉਹ 'ਚ ਸ਼ਾਮਲ ਹੋਣ ਜਾ ਰਹੇ ਹਾਂ। 40 ਲੱਖ ਕਰੋੜ ਤੋਂ ਜ਼ਿਆਦਾ ਅਮਾਊਂਟ ਇਹ ਬਣ ਜਾਂਦਾ ਆ। ਪ੍ਰਤੀ ਜੀ ਆਮਦਨ ਸਾਡੀ 7500 ਰੁਪਏ ਤੋਂ ਤਕਰੀਬਨ 1950-51 ਦੇ ਵਿੱਚ 20 ਗੁਣਾ ਵੱਧ ਕੇ 1.5 ਲੱਖ ਦੇ ਕਰੀਬ ਇਸ ਵੇਲੇ ਆ ਗਈ ਹੈ। ਤੋ ਕਹਿਣ ਦਾ ਭਾਵ ਅਸੀਂ ਜੇ ਬਿਜਲੀ ਉਤਪਾਦਨ ਦੀ ਗੱਲ ਕਰੀਏ ਤਾਂ 23,000 ਮੈਗਾਵਾਟ ਉਦੋਂ ਇੰਸਟਾਲਡ ਕਪੈਸਿਟੀ ਸੀ, ਅੱਜ ਸਾਡੇ ਕੋਲ 4 ਲੱਖ ਮੈਗਾਵਾਟ ਇੰਸਟਾਲਡ ਕਪੈਸਿਟੀ ਹੈ, ਯਾਨੀ 17 ਗੁਣਾ। ਤੋ ਕਹਿਣ ਦਾ ਭਾਵ ਇੰਨੇ ਸਮੇਂ ਦੇ ਵਿੱਚ ਅਸੀਂ ਬਹੁਤ ਤਰੱਕੀ ਕੀਤੀ, ਪਬਲਿਕ ਸੈਕਟਰ ਨੂੰ ਨਾਲ ਲੈ ਕੇ, ਪ੍ਰਾਈਵੇਟ ਸੈਕਟਰ ਨੂੰ ਨਾਲ ਲੈ ਕੇ। ਔਰ ਪੂਰੀ ਦੁਨੀਆ ਇਸ ਵੇਲੇ ਹਿੰਦੁਸਤਾਨ ਦੀ ਅਰਥ ਵਿਵਸਥਾ ਨੂੰ ਇਹ ਇਕੱਲਾ ਨਹੀਂ ਕਿ ਅਸੀਂ ਖੁਦ ਕਹਿ ਰਹੇ ਹਾਂ, ਵੱਖ-ਵੱਖ ਦੁਨੀਆ ਦੀਆਂ ਏਜੰਸੀਆਂ ਜਿਨ੍ਹਾਂ ਦੇ ਵਿੱਚ ਵਰਲਡ ਬੈਂਕ ਹੈ ਜਾਂ ਦੂਸਰੇ ਹੋਰ ਕਈ ਜਿਹੜੀਆਂ ਰੇਟਿੰਗ ਏਜੰਸੀਜ਼ ਨੇ ਉਹ ਕਹਿ ਰਹੀਆਂ ਕਿ ਹਿੰਦੁਸਤਾਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਹੀ ਦਰ ਦੇ ਨਾਲ ਤਰੱਕੀ ਕਰਦਾ ਰਹੇਗਾ। ਅਜੇ ਅੱਜ ਹੀ ਫਾਈਨਾਂਸ ਮਿਨਿਸਟਰ ਦਾ ਬਿਆਨ ਸੀ ਕੱਲ੍ਹ ਸੰਸਦ ਦੇ ਵਿੱਚ ਕਿ ਰਿਸੈਸ਼ਨ ਸਾਡੇ ਲਾਗੇ ਨਹੀਂ ਆ ਸਕਦੀ ਜਿਵੇਂ ਕਿ ਕੁਝ ਲੋਕ ਕਹਿ ਰਹੇ ਹਨ। ਬਿਲਕੁਲ ਇਹ ਗੱਲ ਹੋ ਗਈ ਕਿ ਆਰਥਿਕ ਤੌਰ 'ਤੇ ਅਸੀਂ ਬਹੁਤ ਮਜ਼ਬੂਤ ਹੋਏ ਹਾਂ। ਜੇ ਆਪਾਂ ਦੇਖੀਏ ਤਾਂ ਉਸ ਵੇਲੇ ਅਸੀਂ ਕਿੱਥੇ ਖੜ੍ਹੇ ਸੀ ਅਤੇ ਹੁਣ ਕਿੱਥੇ ਹਾਂ, ਤਾਂ ਅਸੀਂ ਜਿਹੜੀ ਸਾਡੀ ਆਰਥਿਕਤਾ ਹੈ ਉਹ ਬੜੀ ਮਜ਼ਬੂਤ ਹੋਈ ਆ ਔਰ ਅਸੀਂ ਸਾਰਿਆਂ ਦੇ ਸਾਹਮਣੇ ਇੱਕ ਉਦਾਹਰਣ ਬਣ ਕੇ ਅਸੀਂ ਪੇਸ਼ ਹੋਏ ਹਾਂ। ਤਾਂ ਹੁਣ ਮਹਿਤਾ ਸਾਹਿਬ, ਮੇਰਾ ਅਗਲਾ ਸਵਾਲ ਤੁਹਾਨੂੰ ਹੈ, ਜਿਵੇਂ ਆਰਥਿਕ ਤੌਰ 'ਤੇ ਵਿਰਕ ਸਾਹਿਬ ਨੇ ਗੱਲ ਕੀਤੀ ਆ, ਇਤਿਹਾਸਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਅਸੀਂ ਕਿਹੜੇ-ਕਿਹੜੇ ਪੜਾਵਾਂ ਦੇ ਵਿੱਚ ਲੰਘੇ ਹਾਂ ਅਤੇ ਹੁਣ ਅਸੀਂ ਕਿੱਥੇ ਪਹੁੰਚੇ ਹਾਂ। ਭਾਰਤ ਦੀ ਆਪਾਂ ਕਹਿ ਲਈਏ ਕਿ ਰਾਜਨੀਤਿਕ ਇਤਿਹਾਸਕ ਜਿਹੜੀ ਤਰੱਕੀ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜੀ ਬਹੁਤ ਬਹੁਤ ਧੰਨਵਾਦ ਕੁੱਟੀ ਸਾਹਿਬ। ਜੇ ਅਸੀਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਗੱਲ ਕਰੀਏ ਤਾਂ ਜੇ ਪਿਛੋਕੜ ਜਿਹੜਾ ਇਤਿਹਾਸ ਹੈ ਉਸ ਨੂੰ ਨਾ ਜਾਣੀਏ ਤਾਂ ਇਹ ਜਿਹੜਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਹੈ ਤਦ ਤੱਕ ਇਹ ਸੰਪੂਰਨ ਨਹੀਂ ਕਹਿਲਾਏਗਾ। ਜੇ ਅਸੀਂ ਪਿਛੋਕੜ ਦੇਖੀਏ ਤਾਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਤਕਰੀਬਨ 1600 ਈਸਵੀ ਵਿੱਚ ਇੱਕ ਵਪਾਰ ਕਰਨ ਲਈ ਪਹੁੰਚਦੀ ਹੈ ਔਰ 1765 ਵਿੱਚ ਉਹ ਬੰਗਾਲ, ਬਿਹਾਰ ਅਤੇ ਉੜੀਸਾ ਦੇ ਦੀਵਾਨੀ ਦੇ ਜਿਹੜੇ ਅਧਿਕਾਰ ਹੈ ਉਹ ਪ੍ਰਾਪਤ ਕਰ ਲੈਂਦੀ ਹੈ। ਸੋ ਉਸ ਤੋਂ ਬਾਅਦ ਭਾਰਤ ਵਿੱਚ ਕੁਝ ਇਸ ਤਰ੍ਹਾਂ ਦੇ ਐਕਟ ਜਿਹੜੇ ਹੈ ਉਹ ਪਾਸ ਕੀਤੇ ਜਾਂਦੇ ਹੈ। ਉਹ ਆਪਣੇ ਅਨੁਸਾਰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜਿਹੜੇ ਐਕਟ ਪਾਸ ਕੀਤੇ ਗਏ, ਜਿਵੇਂ 1765 ਵਿੱਚ ਪਿਟਸ ਇੰਡੀਆ ਐਕਟ ਪਾਸ ਕੀਤਾ ਗਿਆ, 84 ਵਿੱਚ ਕੀਤਾ ਗਿਆ। ਉਹਦੇ ਬਾਅਦ ਇੰਡੀਅਨ ਕਾਉਂਸਲ ਐਕਟ ਪਾਸ ਕੀਤੇ ਗਏ, ਜਿਸ ਵਿੱਚ ਉਹਨਾਂ ਨੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜਿਹੜੇ ਵੱਖਰੇ ਵੱਖਰੇ ਪੜਾਅ ਸੀਗੇ ਉਹਨਾਂ ਨੂੰ ਭਾਰਤ ਵਿੱਚ ਲਾਗੂ ਕੀਤਾ। ਔਰ ਫਾਈਨਲੀ ਗਵਰਨਮੈਂਟ ਆਫ ਇੰਡੀਆ ਐਕਟ ਜਦੋਂ 1857 ਦਾ ਗਦਰ ਹੋਇਆ ਤਾਂ ਜਾ ਕੇ ਉਹਨਾਂ ਨੇ ਕਿਤੇ ਭਾਰਤ ਵਿੱਚ ਸੁਧਾਰ ਸ਼ੁਰੂ ਕੀਤੇ। ਅਸੀਂ ਦੇਖਦੇ ਹਾਂ ਕਿ 1858 ਦੇ ਬਾਅਦ ਅੰਗਰੇਜ਼ਾਂ ਦੀ ਜਿਹੜੀ ਭਾਰਤ ਦੇ ਪ੍ਰਤੀ ਪਾਲਿਸੀ ਹੈ ਉਹ ਸੁਧਾਰਵਾਦੀ ਪਾਲਿਸੀ ਕਹਿਲਾਂਦੀ ਹੈ। ਉਹਦੇ ਬਾਅਦ ਹੀ ਜਿੰਨੀਆਂ ਵੀ ਡਿਵੈਲਪਮੈਂਟਸ ਹੋਈਆਂ ਹੈ, ਚਾਹੇ ਉਹ ਪਬਲਿਕ ਵੈਲਫੇਅਰ ਡਿਪਾਰਟਮੈਂਟ ਹੈ, ਸੜਕਾਂ ਬਣਾਉਣ ਦਾ ਕੰਮ ਹੈ, ਰੇਲਵੇ ਲਾਈਨਾਂ ਵਿਛਾਉਣ ਦਾ ਕੰਮ ਹੈ, ਇਹ ਤਾਂ ਹੈ ਪਿਛੋਕੜ ਦਾ ਇਤਿਹਾਸ। ਤੇ ਆਪਾਂ ਦੇਖਦੇ ਹਾਂ ਕਿ ਹੌਲੀ ਹੌਲੀ ਤਕਰੀਬਨ 1947 ਤੱਕ ਜਦੋਂ ਉਹਨਾਂ ਨੇ ਕੌਂਸਟੀਟਿਊਐਂਟ ਅਸੈਂਬਲੀ ਦਾ ਨਿਰਮਾਣ ਡਿਕਲੇਅਰ ਕੀਤਾ ਤਾਂ ਦੇਖਦੇ ਹਾਂ ਕਿ 29 ਅਗਸਤ 1947 ਨੂੰ ਡਾਕਟਰ BR ਅੰਬੇਦਕਰ ਸਾਹਿਬ ਜੀ ਨੂੰ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਔਰ ਅੰਗਰੇਜ਼ਾਂ ਨੇ ਕਿਹਾ ਕਿ ਤੁਸੀਂ ਆਪਣਾ ਸੰਵਿਧਾਨ ਆਪਣੇ ਲੋਕਾਂ ਲਈ, ਆਪਣੇ ਲੋਕਾਂ ਦੁਆਰਾ ਹੀ ਬਣਾਓ। ਸੇ ਉਹ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਅਸੀਂ ਸਾਰਿਆਂ ਨੂੰ ਪਤਾ ਹੈ 1950 ਵਿੱਚ ਲਾਗੂ ਕੀਤਾ ਗਿਆ। ਤੇ ਇੰਡੀਆ ਦੇ ਸਾਹਮਣੇ ਬਹੁਤ ਸਾਰਾ ਵੱਡਾ ਇਤਿਹਾਸਿਕ ਤੌਰ ਤੇ ਚੈਲੰਜ ਇਹ ਸੀਗਾ ਕਿ ਜਿਸ ਇਤਿਹਾਸ ਨੂੰ ਅਸੀਂ ਸਾਰੀ ਦੁਨੀਆ ਜਾਣਦੀ ਸੀ ਕਿ ਕਿਸੇ ਸਮੇਂ ਭਾਰਤ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ, ਉਹ ਸੋਨੇ ਦੀ ਚਿੜੀਆ ਅੰਗਰੇਜ਼ਾਂ ਨੇ ਲਗਭਗ 350 ਸਾਲ ਤੱਕ ਬਿਲਕੁਲ ਖੋਖਲੀ ਕਰ ਦਿੱਤੀ। ਸੋ ਉਸ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ, ਖਾਸ ਕਰਕੇ ਲਾਰਡ ਮੈਕੌਲੇ ਨੇ, ਜਦੋਂ ਉਸਨੇ ਭਾਰਤ ਵਿੱਚ ਨਵੀਂ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਔਰ ਭਾਰਤ ਦੀ ਪੁਰਾਣੀ ਅਤੇ ਪੁਰਾਤਨ ਸਿੱਖਿਅਕ ਪ੍ਰਣਾਲੀ ਨੂੰ ਉਸਨੇ ਖੇਹੂ ਕਰ ਦਿੱਤਾ। ਸੋ ਇਤਿਹਾਸਿਕ ਜਾਂ ਇਤਿਹਾਸਕਾਰ ਦੇ ਤੌਰ ਤੇ ਉਸ ਇਤਿਹਾਸ ਨੂੰ ਸਰੋਜਿਆ ਗਿਆ। 1947 ਤੋਂ ਬਾਅਦ ਨਵੇਂ ਤਰੀਕੇ ਤੋਂ ਆਪਣਾ ਭਾਰਤ ਦਾ ਇਤਿਹਾਸ ਲਿਖਿਆ ਗਿਆ ਔਰ ਬਹੁਤ ਸਾਰੇ ਇਤਿਹਾਸਕਾਰਾਂ ਨੇ ਰਾਸ਼ਟਰਵਾਦੀ ਸੋਚ ਨੂੰ ਰੱਖਦੇ ਹੋਏ ਅੰਗਰੇਜ਼ਾਂ ਦੁਆਰਾ ਕੀਤੇ ਕੰਮਾਂ ਦਾ ਵਿਰੋਧ ਕੀਤਾ ਗਿਆ ਔਰ ਰਾਸ਼ਟਰਵਾਦੀ ਇਤਿਹਾਸ ਦੀ ਰਚਨਾ ਸ਼ੁਰੂ ਕੀਤੀ ਗਈ ਔਰ ਭਾਰਤ ਦਾ ਨਿਰੋਲ ਇਤਿਹਾਸ ਲੋਕਾਂ ਸਾਹਮਣੇ ਲਿਆਂਦਾ ਗਿਆ। ਸੋ ਆਜ਼ਾਦੀ ਦੇ ਇਸ ਪੜਾਅ ਵਿੱਚ ਮੈਂ ਕਹਿ ਸਕਦਾ ਹਾਂ ਕਿ 1947 ਦੇ ਬਾਅਦ ਸਾਡੇ ਇਤਿਹਾਸਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਸੀਗੀ ਕਿ ਅੰਗਰੇਜ਼ਾਂ ਦੁਆਰਾ ਦਿੱਤੇ ਇਤਿਹਾਸ ਨੂੰ ਬਦਲਣ ਦੀ ਲੋੜ ਸੀ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਰਾਤਨ ਭਾਰਤ ਬਹੁਤ ਹੀ ਉੱਚੀਆਂ ਪਰੰਪਰਾਵਾਂ ਵਾਲਾ ਦੇਸ਼ ਰਿਹਾ ਹੈ, ਪਰ ਅੰਗਰੇਜ਼ਾਂ ਨੇ ਜੋ ਇਤਿਹਾਸ ਨੂੰ ਨੁਕਸਾਨ ਪਹੁੰਚਾਇਆ
ਉਸ ਨੂੰ ਦੂਰ ਕਰਨ ਲਈ ਨਵੇਂ ਇਤਿਹਾਸ ਦੀ ਰਚਨਾ ਕੀਤੀ ਗਈ ਤਾਂ ਕਿ ਸਾਡੇ ਲੋਕਾਂ ਸਾਹਮਣੇ ਭਾਰਤ ਦਾ ਨਿਰੋਲ ਇਤਿਹਾਸ ਰੱਖਿਆ ਜਾ ਸਕੇ। ਸੋ ਅੱਜ ਅਸੀਂ ਜਿਸ ਪੜਾਅ ਵਿੱਚ ਅਸੀਂ 75ਵੇਂ ਸਾਲ ਆਜ਼ਾਦੀ ਦਾ ਮਹੋਤਸਵ ਮਨਾ ਰਹੇ ਹਾਂ, ਔਰ ਮੈਨੂੰ ਲੱਗਦਾ ਕਿ ਇਸ ਵਿੱਚ ਇਤਿਹਾਸਕਾਰਾਂ ਨੇ ਪਲੱਸ ਸਾਡੇ ਆਜ਼ਾਦੀ ਘੁਲਾਟੀਆਂ ਨੇ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਤੇ 75 ਸਾਲ ਆਜ਼ਾਦੀ ਦੇ ਉਹਨਾਂ ਆਜ਼ਾਦੀ ਘੁਲਾਟੀਆਂ ਨੂੰ ਡੈਡੀਕੇਟ ਨੇ। ਔਰ ਲੋਕਲ ਹਿਸਟਰੀ ਨੂੰ ਜਦੋਂ ਪ੍ਰਮੋਟ ਕੀਤਾ ਜਾ ਰਿਹਾ ਹੈ, ਇਹ ਇੱਕ ਚੰਗਾ ਕਦਮ ਹੈ ਕਿ ਲੋਕਲ ਆਜ਼ਾਦੀ ਘੁਲਾਟੀਏ ਲੋਕਾਂ ਸਾਹਮਣੇ ਰੱਖਣੇ ਚਾਹੀਦੇ ਹੈ। ਨਾਮਵਰ ਜਿਹੜੇ ਆਜ਼ਾਦੀ ਘੁਲਾਟੀ ਉਹ ਸਾਰਿਆਂ ਨੂੰ ਪਤਾ ਹੈ, ਇਸ ਕਰਕੇ ਸਾਡੀ ਪ੍ਰਦੇਸ਼ਿਕ ਔਰ ਲੋਕਲ ਹਿਸਟਰੀ ਨੂੰ ਲੋਕਾਂ ਸਾਹਮਣੇ ਰੱਖਣ ਦੀ ਲੋੜ ਹੈ। ਇਹ ਇੱਕ ਬਹੁਤ ਵੱਡਾ ਚੈਲੰਜ ਸਾਡੇ ਸਾਹਮਣੇ ਹੈ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਆਜ਼ਾਦੀ ਘੁਲਾਟੀਆਂ ਦੀ, ਤਾਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਦੇ ਵਿੱਚੋਂ ਹੀ ਸਾਡੇ ਨਾਲ ਮੌਜੂਦ ਨੇ ਆਜ਼ਾਦੀ ਘੁਲਾਟੀਏ ਸਰਦਾਰ ਉਜਾਗਰ ਸਿੰਘ ਬਿਲਗਾ ਦੇ ਸਪੁੱਤਰ ਸ਼੍ਰੀ ਪ੍ਰੀਤਮ ਸਿੰਘ ਜੀ ਗੁਲਸ਼ਨ, ਜਿਹੜੇ ਕਿ ਪੱਤਰਕਾਰ ਦੇ ਤੌਰ 'ਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਗੁਲਸ਼ਨ ਸਾਹਿਬ, ਤੁਸੀਂ ਕੀ ਦੇਖਦੇ ਹੋ ਕਿ ਵਿਗਿਆਨਕ ਤੌਰ 'ਤੇ, ਤਕਨੀਕੀ ਤੌਰ 'ਤੇ ਜਾਂ ਸੰਵਿਧਾਨਕ ਤੌਰ 'ਤੇ ਅਸੀਂ ਕਿੱਥੇ ਖੜ੍ਹੇ ਸੀ ਤੇ ਹੁਣ ਕਿੱਥੇ ਪਹੁੰਚੇ ਹਾਂ, ਤੇ ਕਿਹੜੇ-ਕਿਹੜੇ ਪੜਾਵਾਂ ਦੇ ਵਿੱਚੋਂ ਜਿਹੜਾ ਭਾਰਤ ਹੈ ਇਸ ਦੌਰਾਨ ਗੁਜ਼ਰਿਆ? ਮੈਂ ਇਹ ਸਮਝਦਾ ਹਾਂ ਕਿ ਜਦੋਂ 1947 ਦੇ ਵਿੱਚ ਸਾਨੂੰ ਆਜ਼ਾਦੀ ਮਿਲੀ, ਉਸ ਵੇਲੇ ਸਾਡੇ ਕੋਲ ਤਕਰੀਬਨ ਕੁਝ ਵੀ ਨਹੀਂ ਸੀ ਜੀ। ਭਾਵੇਂ ਇਹ ਮੁਲਕ ਕ੍ਰਿਸ਼ੀ ਪ੍ਰਧਾਨ ਸੀ, ਪਰ ਫਿਰ ਵੀ ਅਸੀਂ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਸੀ ਉਹ ਅਸੀਂ ਬਾਹਰੋਂ ਮੰਗਵਾਉਂਦੇ ਸੀ ਜੀ। ਦਾਲਾਂ ਹੋਈਆਂ ਜਾਂ ਚੌਲ ਹੋਏ ਜਾਂ ਕਣਕ ਹੋਈ, ਕੁਝ ਵੀ ਜੋ ਵੀ ਸੀ ਉਹ ਅਸੀਂ ਬਾਹਰੋਂ ਮੰਗਵਾਉਂਦੇ ਸੀ। ਨਾ ਸਾਡੇ ਕੋਲ ਕੋਈ ਇਰੀਗੇਸ਼ਨ ਦਾ ਸਾਧਨ ਸੀ, ਨਾ ਸਾਡੇ ਕੋਲ ਕੋਈ ਡੈਮ ਸੀ, ਨਾ ਸਾਡੇ ਕੋਲ ਕੋਈ ਨਹਿਰਾਂ ਸੀ, ਔਰ ਨਾ ਹੀ ਸਾਡੇ ਕੋਲ ਕਿਸੇ ਕਿਸਮ ਦਾ ਕੋਈ ਸਪੇਸ ਦਾ ਜਾਂ ਆਪਣਾ ਸੰਵਿਧਾਨ ਹੈ ਨਹੀਂ ਸੀ ਜੀ। 1947 'ਚ ਭਾਰਤ ਦੀ ਆਜ਼ਾਦੀ ਮਿਲਣ ਤੋਂ ਬਾਅਦ ਮੁੱਦਾ ਇਹ ਸੀ ਕਿ ਮੁਲਕ ਨੂੰ ਕਿਸ ਤਰ੍ਹਾਂ ਚਲਾਇਆ ਜਾਵੇ ਜੀ, ਇਸ ਦਾ ਸੰਵਿਧਾਨ ਜਾਂ ਰੂਪ ਰੇਖਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈਗੀ। ਉਸ ਵੇਲੇ ਮੁਲਕ ਨੂੰ ਕਿਵੇਂ ਚਲਾਇਆ ਜਾਵੇਗਾ ਦੀ ਰੂਪ ਰੇਖਾ ਬਣਾਉਣ ਦੀ ਬਹੁਤ ਲੋੜ ਸੀ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਸਰਪ੍ਰਸਤੀ 'ਚ ਭਾਰਤ ਦਾ ਸੰਵਿਧਾਨ ਬਣਾਇਆ ਗਿਆ। ਇਸ ਨੇ ਸਰਕਾਰ ਅਤੇ ਨਾਗਰਿਕਾਂ ਦੇ ਬੁਨਿਆਦੀ ਰਾਜਨੀਤਿਕ ਕੋਡ, ਅਧਿਕਾਰਾਂ ਅਤੇ ਕਰਤੱਵਾਂ ਦੀ ਹੱਦਬੰਦੀ ਦਾ ਢਾਂਚਾ ਰੱਖਿਆ ਸੀ। ਸਾਨੂੰ ਦੁਨੀਆ ਦੇ ਸਭ ਤੋਂ ਵੱਡੇ ਧਰਮ ਨਿਰਪੱਖ ਲੋਕਤੰਤਰੀ ਦੇਸ਼ ਦਾ ਖਿਤਾਬ ਦਿੱਤਾ ਜੀ। ਸਿੱਖਿਆ ਦਾ ਅਧਿਕਾਰ ਵੀ ਦਿੱਤਾ, ਜਿਹਦੇ ਵਿੱਚ ਲੜਕੇ ਔਰ ਲੜਕੀਆਂ ਨੂੰ ਪੂਰੀ ਆਜ਼ਾਦੀ ਮਿਲੀ ਕਿ ਉਹ ਆਪਣੀ ਪੜ੍ਹਾਈ ਕਰ ਸਕਣ। ਭਾਰਤ ਨੇ ਸਿੱਖਿਆ ਨੂੰ ਭਾਰਤੀ ਵਿਕਾਸ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਣ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਸਿੱਖਿਆ ਦਾ ਅਧਿਕਾਰ ਐਕਟ 2010 ਸਿੱਖਿਆ ਨੂੰ ਹਰੇਕ ਬੱਚੇ ਦੀ ਬੁਨਿਆਦੀ ਅਧਿਕਾਰ ਵਜੋਂ ਪੁਸ਼ਟੀ ਕਰਦਾ ਹੈ, ਜੋ ਸਾਰਿਆਂ ਨੂੰ ਮੁਫਤ ਅਤੇ ਲਾਜ਼ਮੀ ਮੁੱਢਲੀ ਸਿੱਖਿਆ ਪ੍ਰਦਾਨ ਕਰਦਾ ਹੈ। ਆਜ਼ਾਦੀ ਤੋਂ ਬਾਅਦ ਭਾਰਤ ਨੇ ਆਪਣੀ ਰੱਖਿਆ ਨੂੰ ਮਜ਼ਬੂਤ ਕੀਤਾ ਤਾਂ ਕਿ ਇਤਿਹਾਸ ਆਪਣੇ ਆਪ ਨੂੰ ਨਾ ਦੁਹਰਾਉਣ। 1954 'ਚ ਭਾਰਤ ਨੇ ਪਰਮਾਣੂ ਊਰਜਾ ਪ੍ਰੋਗਰਾਮ ਸ਼ੁਰੂ ਕੀਤਾ। ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। 1974 ਵਿੱਚ ਭਾਰਤ ਨੇ ਸਮਾਈ ਲਿੰਗ ਬੁੱਧਾ ਆਪਣਾ ਪਹਿਲਾ ਪਰਮਾਣੂ ਪ੍ਰੀਖਣ ਕੀਤਾ। 5 ਪਰਮਾਣੂ ਸ਼ਕਤੀ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਆਪਣੀ ਜਗ੍ਹਾ ਬਣਾ ਲਈ। ਇਹ 1947 ਤੋਂ ਬਾਅਦ ਭਾਰਤ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ। ਅੱਜ ਭਾਰਤ ਕੋਲ ਦੁਨੀਆ ਦੀ ਸਭ ਤੋਂ ਵੱਡੀ ਸਵੈ ਇੱਛਕ ਫੌਜ ਹੈ ਜੀ। ਸਪੇਸ ਅਤੇ ਟੈਕਨੋਲੋਜੀ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਨੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸਰੋ ਦੀ ਸਥਾਪਨਾ 15 ਅਗਸਤ 1969 ਨੂੰ ਕੀਤੀ ਗਈ ਸੀ, ਜਿਸ ਨੇ ਭਾਰਤ ਵਿੱਚ ਪੁਲਾੜ ਖੋਜ ਨੂੰ ਨਵੀਂ ਉਡਾਨ ਦਿੱਤੀ ਸੀ। 1975 'ਚ ਭਾਰਤ ਨੇ ਆਪਣਾ ਪਹਿਲਾ ਪੁਲਾੜ ਉਪਗ੍ਰਹਿ ਆਰੀਆਭੱਟ ਲਾਂਚ ਕੀਤਾ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਕੇਸ਼ ਸ਼ਰਮਾ 1986 'ਚ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਭਾਰਤੀ ਬਣੇ ਸਨ ਅਤੇ ਵਰਤਮਾਨ ਵਿੱਚ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਸਭ ਤੋਂ ਵਧੀਆ ਸਵਦੇਸ਼ੀ ਟੈਕਨੋਲੋਜੀ ਆਧਾਰਿਤ ਲਾਂਚ ਵਾਹਨਾਂ ਦਾ ਨਿਰਮਾਣ ਕੀਤਾ ਗਿਆ ਹੈ। 2008 ਵਿੱਚ ਭਾਰਤ ਨੇ PSLV-39 ਰਾਹੀਂ ਇੱਕ ਮਿਸ਼ਨ ਵਿੱਚ 10 ਸੈਟੇਲਾਈਟਾਂ ਨੂੰ ਆਰਬਿਟ ਵਿੱਚ ਭੇਜਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਅਸੀਂ ਚੰਦਰਯਾਨ ਵਰਗੇ ਉਪਗ੍ਰਹਿ ਸਫਲਤਾਪੂਰਵਕ ਚੰਦਰਮਾ 'ਤੇ ਲਾਂਚ ਕੀਤੇ ਅਤੇ ਮੰਗਲਯਾਨ ਰਾਹੀਂ ਆਪਣੀ ਪਹਿਲੀ ਕੋਸ਼ਿਸ਼ ਵਿੱਚ ਮੰਗਲ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ। ਜੀ ਗੁਲਸ਼ਨ ਜੀ, ਜਿਵੇਂ ਤੁਸੀਂ ਬਹੁਤ ਵਧੀਆ ਢੰਗ ਨਾਲ ਜਿਹੜੇ ਵੱਖ-ਵੱਖ ਪੜਾਵਾਂ ਦਾ ਇਹਨਾਂ ਦਾ ਜ਼ਿਕਰ ਕੀਤਾ, ਤਾਂ ਮੈਂ ਇੱਕ ਵਾਰ ਫੇਰ ਤੋਂ ਪ੍ਰੋਫੈਸਰ ਡਾਕਟਰ ਵਿਰਕ ਸਾਹਿਬ ਤੁਹਾਡੇ ਵੱਲ ਆਉਂਗਾ ਕਿ ਜਦੋਂ
ਭਾਰਤ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਜਾਤੀਵਾਦੀ ਤੌਰ 'ਤੇ ਲਾ ਲਓ, ਧਾਰਮਿਕ ਤੌਰ 'ਤੇ ਲਾ ਲਓ ਜਾਂ ਭਾਸ਼ਾਈ ਤੌਰ 'ਤੇ ਲਾ ਲਓ, ਅਸੀਂ ਬੜੇ ਪਛੜੇ ਹੋਏ ਸੀਗੇ। ਔਰ ਅੰਗਰੇਜ਼ਾਂ ਨੇ ਸਮਝੋ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਪੈਦਾ ਕੀਤਾ ਹੋਇਆ ਸੀ, ਉਹਨਾਂ ਨੂੰ ਆਪਣੇ ਕੰਮ ਕਰਨ ਵਾਸਤੇ ਬੰਦੇ ਚਾਹੀਦੇ ਸੀ। ਬੌਧਿਕ ਤੌਰ 'ਤੇ ਕੋਈ ਬਹੁਤਾ ਵਿਕਾਸ ਕਰਨ ਵਾਲੇ ਬੰਦੇ ਉਹਨਾਂ ਨੂੰ ਪਸੰਦ ਨਹੀਂ ਸੀ। ਤਾਂ ਆਰਥਿਕਤਾ, ਕਿਉਂਕਿ ਹਰ ਮੁਆਸ਼ਰੇ ਦੀ ਜੜ ਹੁੰਦੀ ਹੈ ਉਹਦੇ ਵਿੱਚ, ਤਾਂ ਤੁਸੀਂ ਕੀ ਸਮਝਦੇ ਹੋ ਕਿ ਬੌਧਿਕ ਤੌਰ 'ਤੇ ਜਾਂ ਜਾਤੀਵਾਦੀ ਤੌਰ 'ਤੇ, ਭਾਸ਼ਾਈ ਤੌਰ 'ਤੇ ਅਸੀਂ ਆਰਥਿਕ ਤਰੱਕੀ ਦੇ ਨਾਲ ਕਿਹੜੇ-ਕਿਹੜੇ ਪੜਾਵਾਂ ਦੇ ਵਿੱਚ ਹੋਰ ਅਸੀਂ ਤਰੱਕੀ ਕੀਤੀ ਹੈ? ਕੁੱਟੀ ਸਾਹਿਬ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚ ਕਲਰਕਾਂ ਦੀ ਲੋੜ ਸੀ, ਜਿਹੜੇ ਅਰਧ ਸਿੱਖਿਅਤ ਜਾਂ ਥੋੜ੍ਹੇ ਸਿੱਖਿਅਤ ਲੋਕ ਹੋਣ ਔਰ ਜਿਹੜੇ ਹੇਠਲੇ ਤਬਕੇ ਦੀਆਂ ਨੌਕਰੀਆਂ ਕਰਦੇ ਹੋਣ। ਕਿਉਂਕਿ ਜਿਹੜੀਆਂ ਵੱਡੀਆਂ ਪੋਸਟਾਂ ਸੀ, ਜਿਵੇਂ ICS ਸੀ, ਜਿਹਨੂੰ IAS ਅੱਜ ਕੱਲ੍ਹ ਅਸੀਂ ਕਹਿੰਦੇ ਹਾਂ, ਇੰਡੀਅਨ ਸਿਵਲ ਸਰਵਿਸਿਜ਼, ਇਹਨਾਂ ਦੀ ਪ੍ਰੀਖਿਆ ਜਿਹੜੀ ਆ ਉਹ ਇੰਗਲੈਂਡ ਦੇ ਵਿੱਚ ਹੁੰਦੀ ਸੀ। ਔਰ ਜੇ ਕਿਸੇ ਭਾਰਤੀ ਨੇ ਅੱਵਲ ਤੇ ਕੋਈ ਜਾਂਦਾ ਨਹੀਂ ਸੀ, ਜੇ ਕੋਈ ਬਾਅਦ ਦੇ ਵਿੱਚ ਜਾਣ ਲੱਗੇ ਤਾਂ ਉਹਨਾਂ ਨੂੰ ਇੰਗਲੈਂਡ ਦੇ ਵਿੱਚ, ਲੰਡਨ ਦੇ ਵਿੱਚ ਜਾ ਕੇ ਇਮਤਿਹਾਨ ਦੇਣਾ ਪੈਂਦਾ ਸੀ। ਉੱਥੋਂ ਤੱਕ ਪਹੁੰਚ ਹੀ ਹੈ ਨਹੀਂ ਸੀ, ਉੱਥੇ ਤੱਕ ਪਹੁੰਚ ਹੀ ਹੈ ਨਹੀਂ ਸੀ। ਕਿੰਨੇ ਕੁ ਲੋਕ ਇੰਨੇ ਕੁ ਪੈਸੇ ਅਫੋਰਡ ਕਰ ਸਕਦੇ ਆ ਜਾਂ ਐਡੀ ਉੱਚ ਮਹਿੰਗੀ ਸਿੱਖਿਆ ਨੂੰ ਅਫੋਰਡ ਕਰ ਸਕਦੇ ਆ? ਤਾਂ ਉਹਦੇ ਵਾਸਤੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਇਹ ਜਿਹੜਾ ਸੁਪਨਾ ਸੀਗਾ ਕਿ ਅਸੀਂ ਉੱਚ ਲੈਵਲ ਦੀਆਂ ਸੰਸਥਾਵਾਂ ਦੀ ਸਥਾਪਨਾ ਕਰੀਏ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ IITs, ਜਿਨ੍ਹਾਂ ਨੂੰ ਅਸੀਂ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਕਹਿੰਦੇ ਹਾਂ, IITs ਦੀ ਸਥਾਪਨਾ ਕੀਤੀ ਗਈ। ਇਸ ਤੋਂ ਇਲਾਵਾ IIMs, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਉਹਨਾਂ ਦੀ ਜਿਹੜੀ ਸਥਾਪਨਾ ਕੀਤੀ ਗਈ। ਬਨਾਰਸ ਹਿੰਦੂ ਯੂਨੀਵਰਸਿਟੀ ਪਹਿਲੇ ਤੋਂ ਬਣ ਰਹੀ ਸੀਗੀ, ਉਹਨੂੰ ਜਿਹੜਾ ਪ੍ਰਮੋਟ ਕੀਤਾ ਗਿਆ। ਦੇਸ਼ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਜਿਹੜੀਆਂ ਉੱਚ ਵਿਦਿਅਕ ਸੰਸਥਾਵਾਂ ਸੀਗੀਆਂ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਿਆਰੀ ਸੁਧਾਰ ਕੀਤਾ ਗਿਆ। ਆਮ ਤੌਰ ਦੇ ਉੱਤੇ ਜਿਹੜੀ ਪੁਰਾਣੀ ਸਿੱਖਿਆ ਪ੍ਰਣਾਲੀ ਸੀ, ਕਿਉਂਕਿ ਅੰਗਰੇਜ਼ਾਂ ਨੇ 10ਵੀਂ ਤੱਕ ਜਾਂ ਉਸ ਤੋਂ ਬਾਅਦ ਜਿਹੜਾ ਉਸ ਵੇਲੇ ਦਾ ਸਿਸਟਮ ਸੀ, FA ਸੀ ਜਾਂ ਉਸ ਤੋਂ ਬਾਅਦ BA ਸੀ, ਜਾਂ ਇਸ ਤਰੀਕੇ ਨਾਲ ਉਹ ਪੜਾਵੀ ਸਿਸਟਮ ਨੂੰ ਖ਼ਤਮ ਕਰਕੇ ਇੱਕ ਤਰ੍ਹਾਂ ਨਾਲ ਉਸ ਐਜੂਕੇਸ਼ਨਲ ਸਿਸਟਮ ਦੇ ਵਿੱਚ ਲਗਾਤਾਰਤਾ ਲਿਆ ਕੇ ਉੱਚ ਸਿੱਖਿਅਤ ਵਰਗ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿ ਜਿਹੜੇ ਸਾਡੇ ਇੰਜੀਨੀਅਰਿੰਗ ਕਾਲਜ ਉਸ ਸਮੇਂ ਦੇ ਵਿੱਚ ਆਜ਼ਾਦੀ ਤੋਂ ਤੁਰੰਤ ਬਾਅਦ ਬਹੁਤ ਸਾਰੇ ਖੋਲ੍ਹੇ ਗਏ। ਈਵਨ ਸਾਡੇ ਪੰਜਾਬ ਦੇ ਵਿੱਚ 2 ਕਾਲਜ ਜਿਹੜੇ ਬੜੇ ਮਸ਼ਹੂਰ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਔਰ ਉਸ ਤੋਂ ਬਾਅਦ ਛੇਤੀ ਬਾਅਦ ਲੁਧਿਆਣੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਔਰ ਥਾਪਰ ਇੰਜੀਨੀਅਰਿੰਗ ਕਾਲਜ, ਇਹਨਾਂ ਦੀ ਸਥਾਪਨਾ ਛੋਟੇ ਜਿਹੇ ਖਿੱਤੇ ਦੇ ਵਿੱਚ ਕੀਤੀ ਗਈ। ਬਾਕੀ ਜਿਹੜੀਆਂ ਵਿਦਿਅਕ ਸੰਸਥਾਵਾਂ ਸੀ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਨਿੱਜੀ ਤੌਰ 'ਤੇ, ਸਰਕਾਰੀ ਤੌਰ 'ਤੇ, ਤਾਂ ਕਿ ਸਾਡੇ ਕੋਲ ਦੇਸ਼ ਦੀਆਂ ਲੋੜਾਂ ਦੇ ਮੁਤਾਬਿਕ ਇੱਕ ਪੜ੍ਹਿਆ ਲਿਖਿਆ ਵਰਗ, ਐਜੂਕੇਟਡ ਕਲਾਸ ਆ ਸਕੇ, ਜਿਹਦੇ ਵਿੱਚੋਂ ਪਹਿਲਾਂ ਜਿਹੜੀਆਂ ਪੋਸਟਾਂ ਅੰਗਰੇਜ਼ ਅਫਸਰ ਆਕੂਪਾਈ ਕਰਦੇ ਸੀਗੇ ਜਾਂ ਸਿਰਫ ਉਹਨਾਂ ਵਾਸਤੇ ਹੁੰਦੀਆਂ ਸੀ, ਉਹ ਸਾਡੇ ਦੇਸ਼ ਦੇ ਵਾਸੀਆਂ ਵਾਸਤੇ ਵੀ ਆਉਣ। ਹਾਂ, ਜਿੱਥੋਂ ਤੱਕ ਤੁਸੀਂ ਸਮਾਜਿਕ ਨਾ ਬਰਾਬਰੀ ਦੀ ਗੱਲ ਕੀਤੀ, ਇਹ ਉਸ ਵੇਲੇ ਬਹੁਤ ਜ਼ਿਆਦਾ ਸੀ। ਉਹਦੇ ਵਾਸਤੇ ਜਿਸ ਤਰੀਕੇ ਨਾਲ ਹੁਣੇ ਗੱਲ ਕੀਤੀ ਗਈ ਹੈ, ਡਾਕਟਰ ਅੰਬੇਦਕਰ ਸਾਹਿਬ ਵੱਲੋਂ ਜਿਹੜਾ ਸੰਵਿਧਾਨ ਬਣਾਇਆ ਗਿਆ, ਉਹਦੇ ਵਿੱਚ ਫਿਰ ਜਿਹੜੇ ਪਛੜੇ ਵਰਗ ਸੀ ਉਹਨਾਂ ਦਾ ਰਾਖਵਾਂਕਰਨ ਕੀਤਾ ਗਿਆ, ਤਾਂ ਕਰਕੇ ਉਹ ਲੋਕ ਵੀ ਵਿਦਿਅਕ ਤੌਰ ਦੇ ਉੱਤੇ ਜਾਂ ਜਿਹੜੇ ਨੌਕਰੀਆਂ ਦੇ ਪੱਖ ਤੋਂ ਉਹ ਲੋਕ ਵੀ ਇਹਦੇ ਵਿੱਚ ਪਾਰਟੀਸਪੇਟ ਕਰ ਸਕਣ, ਉਹਨਾਂ ਦੀ ਨੁਮਾਇੰਦਗੀ ਵੀ ਹੋ ਸਕੇ। ਤਾਂ ਇੱਕ ਤਰ੍ਹਾਂ ਨਾਲ ਇਹ ਸਾਰੀ ਕੋਸ਼ਿਸ਼ ਆਜ਼ਾਦੀ ਤੋਂ ਬਾਅਦ ਕੀਤੀ ਗਈ, ਕਿਉਂਕਿ ਜੇਕਰ ਕੁਆਲਿਟੀ ਆਫ ਹਿਊਮਨ ਬੀਇੰਗ ਯਾਨੀ ਮਨੁੱਖਾਂ ਦੀ ਗੁਣਵੱਤਾ ਹੋਏਗੀ ਤਾਂ ਆਰਥਿਕਤਾ ਵੀ ਤਾਂ ਹੀ ਵਿਕਾਸ ਕਰ ਪਾਵੇਗੀ। ਸਭ ਤੋਂ ਪਹਿਲੀ ਚੀਜ਼ ਜਿਹੜੀ ਕਿਸੇ ਵੀ ਸੰਸਥਾ ਦੇ ਵਿਕਾਸ ਵਾਸਤੇ ਜ਼ਰੂਰੀ ਹੁੰਦੀ ਹੈ, ਉਹ ਉਹਦੇ ਹਿਊਮਨ ਜਾਂ ਮੈਨ ਪਾਵਰ ਹੋਇਆ ਕਰਦੀ ਹੈ। ਤਾਂ ਉਹਨੂੰ ਸੁਧਾਰਨ ਦੇ ਵਿੱਚ ਬਹੁਤ ਵੱਡੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਔਰ ਇਸ ਡਾਇਰੈਕਸ਼ਨ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਗਈ। ਤਾਂ ਮਹਿਤਾ ਸਾਹਿਬ, ਜਿਵੇਂ ਆਪਾਂ ਦੇਖੀਏ, ਇੱਕ ਪਾਸੇ ਲੋਕਤੰਤਰ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਮਜ਼ਬੂਤ ਕੀਤਾ, ਤੇ ਦੂਜੇ ਪਾਸੇ ਉਹਨਾਂ ਸੰਸਥਾਵਾਂ ਨੇ ਲੋਕਤੰਤਰ ਨੂੰ ਮਜ਼ਬੂਤ ਕੀਤਾ। ਵੱਖ-ਵੱਖ ਕਾਨੂੰਨ ਬਣੇ ਔਰ ਮਾਨਯੋਗ ਸੁਪਰੀਮ ਕੋਰਟ ਨੇ ਬੜੇ ਫੈਸਲੇ ਆਏ ਜਿੱਥੋਂ ਆ ਕੇ ਫੈਸਲੇ ਦਿੱਤੇ ਗਏ। ਬਿਲਕੁਲ ਜੀ। ਤਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਇਹ ਲੋਕਤੰਤਰ ਦਾ ਵਿਕਾਸ ਹੋਇਆ, ਵੱਖ-ਵੱਖ ਸੰਸਥਾਵਾਂ ਨੇ ਇਸ ਤਰ੍ਹਾਂ ਵਿਕਾਸ ਕੀਤਾ, ਉਹਦੇ ਕਿਹੜੇ-ਕਿਹੜੇ ਪੜਾਅ ਤੁਸੀਂ ਦੇਖਦੇ ਹੋ? ਬਹੁਤ ਵਧੀਆ ਸਵਾਲ ਹੈ ਕੁੱਟੀ ਸਾਹਿਬ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਔਰ 75 ਸਾਲਾਂ ਵਿੱਚ ਜੋ ਅਸੀਂ ਪ੍ਰਾਪਤ ਕੀਤਾ, ਉਸ ਦਾ ਸਿਹਰਾ ਮੈਨੂੰ ਲੱਗਦਾ ਹੈ ਕਿ ਸਾਡੇ ਬਿਹਤਰੀਨ ਸੰਵਿਧਾਨ ਨੂੰ ਜਾਂਦਾ ਹੈ। ਕਿਉਂਕਿ ਸਾਡਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਇੰਨਾ ਫਲੈਕਸੀਬਲ ਹੈ, ਔਰ ਕਿਉਂਕਿ ਉਸ ਨੂੰ ਬਣਾਇਆ ਹੀ ਇਸ ਲਈ ਹੈ ਕਿਉਂਕਿ ਇੰਡੀਆ ਆਫਰਸ ਯੂਨਿਟੀ ਇਨ ਡਾਇਵਰਸਿਟੀ, ਉਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ, ਜਿਹਦੇ ਵਿੱਚ ਫੰਡਾਮੈਂਟਲ ਰਾਈਟਸ, ਜਿਵੇਂ ਕਿ ਅਸੀਂ ਜਾਣਦੇ ਹਾਂ, ਫੰਡਾਮੈਂਟਲ ਰਾਈਟਸ ਨੂੰ ਲਾਗੂ ਕੀਤਾ ਗਿਆ
right to equality, right to freedom, constitutional remedies and right to adopt any religion। ਔਰ ਇਹਦੇ ਵਿੱਚ right to property act ਜਿਹੜਾ ਹੈ 1979 ਵਿੱਚ ਵਾਪਸ ਲੈ ਲਿਆ ਗਿਆ ਜੀ। ਉਹ ਇਸ ਲਈ ਵਾਪਸ ਲਿਆ ਗਿਆ ਕਿਉਂਕਿ ਦੇਸ਼ ਦੀ ਤਰੱਕੀ ਨੂੰ ਮੁੱਖ ਰੱਖਦੇ ਹੋਏ ਜੀ। ਸੋ ਉਸ ਤੋਂ ਬਾਅਦ ਸਾਡੇ ਕਨਸਟੀਟਿਊਸ਼ਨ ਵਿੱਚ ਬਹੁਤ ਸਾਰੀਆਂ ਅਮੈਂਡਮੈਂਟਸ ਲਾਗੂ ਕੀਤੀਆਂ ਗਈਆਂ ਲੋਕਤੰਤਰਿਕ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਜੀ। ਔਰ ਜੇ ਅਸੀਂ ਅੱਜ ਦੇਖੀਏ ਤਾਂ ਵੱਖਰੇ ਵੱਖਰੇ ਸਾਲਾਂ ਵਿੱਚ ਜਿਵੇਂ 1948 ਵਿੱਚ ਮਿਨੀਮਮ ਵੇਜਸ ਐਕਟ ਪਾਸ ਕੀਤਾ ਗਿਆ ਜੋ ਇੱਥੋਂ ਦੇ ਲੋਕਾਂ ਨੂੰ ਜਾਂ ਲੋਕਾਂ ਦੇ ਜੀਵਨ ਦੇ ਪੱਧਰ ਨੂੰ ਚੰਗਾ ਬਣਾਉਣ ਲਈ ਲਾਗੂ ਕੀਤਾ ਗਿਆ। ਚਾਈਲਡ ਲੇਬਰ ਪ੍ਰੋਹਿਬਿਸ਼ਨ ਐਕਟ ਪਾਸ ਕੀਤਾ ਗਿਆ, ਮੈਟਰਨਿਟੀ ਬੈਨੀਫਿਟ ਐਕਟ ਪਾਸ ਕੀਤੇ ਗਏ, ਇਕੁਅਲ ਰੈਨੂਮਰੇਸ਼ਨ ਐਕਟ ਪਾਸ ਕੀਤਾ ਗਿਆ, ਰੂਰਲ ਡਿਵੈਲਪਮੈਂਟ ਸਕੀਮ ਜਿਹੜੀ ਸੀਗੀ ਉਸ ਨੂੰ ਲਾਗੂ ਕੀਤਾ ਗਿਆ। ਔਰ ਜੇ ਅਸੀਂ ਅੱਜ ਦੇਖੀਏ ਤਾਂ ਮਨਰੇਗਾ ਨੂੰ ਲਾਗੂ ਕੀਤਾ ਗਿਆ ਤਾਂ ਕਿ ਜਿਹੜਾ ਸਾਡਾ ਰੂਰਲ ਸਿਸਟਮ ਹੈ ਜਿਸ ਨੂੰ ਪੰਚਾਇਤੀ ਰਾਜ ਨੂੰ ਸਾਡੇ ਕਨਸਟੀਟਿਊਸ਼ਨ ਨੇ ਫੋਲੋ ਕੀਤਾ। ਔਰ ਪਲੱਸ 2005 ਵਿੱਚ ਰਾਈਟ ਟੂ ਇਨਫੋਰਮੇਸ਼ਨ ਐਕਟ ਨੇ ਟਰਾਂਸਪੇਰੈਂਸੀ ਲੈ ਕੇ ਇੰਨਾ ਵਡਮੁੱਲਾ ਯੋਗਦਾਨ ਪਾਇਆ ਕਿ ਤੁਸੀਂ ਪਬਲਿਕ ਸੈਕਟਰ ਨਾਲ ਕੁਝ ਵੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਪ੍ਰਾਪਤ ਕਰ ਸਕਦੇ ਹੋ ਔਰ ਭ੍ਰਿਸ਼ਟਾਚਾਰ ਨੂੰ ਵੀ ਦੂਰ ਕਰਨ ਦੇ ਵਿੱਚ ਇਸ ਐਕਟ ਬਹੁਤ ਨੇ ਬਹੁਤ ਯੋਗਦਾਨ ਜ਼ਿਆਦਾ ਠੱਲ ਪਾਈ ਜੀ। ਔਰ ਉਹਦੇ ਬਾਅਦ ਫਿਰ ਰਾਈਟ ਟੂ ਐਜੂਕੇਸ਼ਨ ਵਿੱਚ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ ਹਾਂ ਕਿ ਜੇ ਅਸੀਂ ਪ੍ਰੀਐਮਬਲ ਆਪਣਾ ਪੜ੍ਹੀਏ ਤਾਂ ਅਸੀਂ ਆਪਣੇ ਰਾਈਟ ਟੂ ਐਜੂਕੇਸ਼ਨ ਨੂੰ ਲਾਗੂ ਕਰਨ ਵਿੱਚ ਲਗਭਗ 75 ਸਾਲ ਪਿੱਛੇ ਪੈ ਗਏ ਜੀ। ਜੇ ਇਹ ਕਿਤੇ ਰਾਈਟ ਟੂ ਐਜੂਕੇਸ਼ਨ ਐਕਟ 1947 ਜਾਂ 1950 ਵਿੱਚ ਹੀ ਲਾਗੂ ਕਰ ਦਿੱਤਾ ਜਾਂਦਾ ਕਿਉਂਕਿ ਸਾਡੇ ਕਨਸਟੀਟਿਊਸ਼ਨ ਵਿੱਚ ਰਾਈਟ ਟੂ ਐਜੂਕੇਸ਼ਨ ਸਾਡਾ ਮੁੱਢਲਾ ਅਧਿਕਾਰ ਹੈ ਜੀ, ਤੇ ਜੇ 1950 ਵਿੱਚ ਵੀ ਇਸ ਨੂੰ ਕਨਸਟੀਟਿਊਸ਼ਨ ਨਾਲ ਲਾਗੂ ਕਰ ਦਿੱਤਾ ਜਾਂਦਾ ਤਾਂ ਅੱਜ ਭਾਰਤ ਦੁਨੀਆ ਦੇ ਨੰਬਰ ਵਿੱਚ ਕਿਤੇ ਹੋਰ ਸਥਿਤੀ ਵਿੱਚ ਹੁੰਦਾ ਜੀ। ਬਿਲਕੁਲ। ਤੇ ਮੇਰਾ ਇਹ ਆਪਣਾ ਵਿਸ਼ਵਾਸ ਹੈ ਕਿ ਅਸੀਂ ਰਾਈਟ ਟੂ ਐਜੂਕੇਸ਼ਨ ਲਾਗੂ ਕਰਨ ਵਿੱਚ ਬਹੁਤ ਲੇਟ ਹੋ ਗਏ ਔਰ ਜੇ ਇਹ ਕਿਤੇ ਬਹੁਤ ਪਹਿਲਾਂ ਲਾਗੂ ਕੀਤਾ ਗਿਆ ਹੁੰਦਾ ਤਾਂ ਅੱਜ ਜਿਹੜੀਆਂ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ ਉਹ ਪ੍ਰੋਬਲਮਸ ਨਾ ਆਉਂਦੀਆਂ। ਔਰ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਿੱਖਿਆ ਦਾ ਅਧਿਕਾਰ ਕਾਨੂੰਨ ਹੈ ਜੇ ਉਹ ਪਹਿਲਾਂ ਲਾਗੂ ਹੋ ਜਾਂਦਾ ਤਾਂ ਸਾਡਾ ਸ਼ਾਇਦ ਬੌਧਿਕ ਵਿਕਾਸ ਹੋਰ ਵੀ ਵੱਧ ਜਾਂਦਾ। ਬਿਲਗਾ ਸਾਹਿਬ, ਕਿਹੜੀਆਂ-ਕਿਹੜੀਆਂ ਚੁਣੌਤੀਆਂ ਦੇਖਦੇ ਹੋ ਤੁਸੀਂ ਮੌਜੂਦਾ ਦੌਰ ਦੇ ਵਿੱਚ, ਕਿਉਂਕਿ ਹੁਣ ਅਸੀਂ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, 75 ਸਾਲ ਸਾਨੂੰ ਹੋ ਗਏ ਨੇ, ਤੇ ਜਦੋਂ ਅਸੀਂ ਆਜ਼ਾਦੀ ਦੇ 100 ਸਾਲ ਮਨਾ ਰਹੇ ਹੋਵਾਂਗੇ ਤਾਂ ਆਉਣ ਵਾਲੇ 25 ਸਾਲਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਮੁੱਖ ਤੌਰ 'ਤੇ ਤੁਹਾਨੂੰ ਲੱਗਦੀਆਂ ਕਿ ਸਾਡੇ ਸਾਹਮਣੇ ਹੋਣਗੀਆਂ? ਸਰ, ਮੈਨੂੰ ਇੱਦਾਂ ਮਹਿਸੂਸ ਹੁੰਦਾ ਹੈਗਾ ਕਿ ਜਿਹੜੀ ਪਾਲਿਸੀ ਹੈਗੀ ਅੱਜ ਰੁਜ਼ਗਾਰ ਦੀ ਜੀ ਉਹਨੂੰ ਕੰਟਰੋਲ ਕਰਨਾ ਚਾਹੀਦਾ, ਬੱਚਿਆਂ ਨੂੰ ਕੰਮ ਦੇਣਾ ਚਾਹੀਦਾ। ਪੜ੍ਹ ਕੇ ਬਾਹਰ ਚਲੇ ਜਾਂਦੇ ਹੈਗੇ ਉਹ ਕੋਈ ਅੱਛੀ ਗੱਲ ਨਹੀਂ ਹੈਗੀ। ਜਿਹੜਾ ਟੈਲੈਂਟ ਹੈਗਾ ਉਹ ਇੰਡੀਆ ਦੇ ਵਿੱਚ ਹੀ ਰਹਿਣਾ ਚਾਹੀਦਾ ਹੈਗਾ। ਸੋ ਇਹ ਬਹੁਤ ਇੱਕ ਗੰਭੀਰ ਮਸਲਾ ਆ ਰਿਹਾ ਹੈਗਾ ਕਿ ਹਰ ਬੱਚਾ ਜਿਹੜਾ ਪੜ੍ਹ ਰਿਹਾ ਹੈਗਾ ਅੱਜ ਉਹਦਾ ਜਿਹੜਾ ਝੁਕਾਅ ਹੈਗਾ ਉਹ ਬਾਹਰ ਦਾ ਹੈਗਾ। ਔਰ ਉਹਦਾ ਕਾਰਨ ਇੱਕ ਇਹ ਹੈਗਾ ਕਿ ਇੱਥੇ ਉਨੀਆਂ ਫੈਸਿਲਿਟੀਜ਼ ਨਹੀਂ ਮਿਲ ਰਹੀਆਂ ਹੈਗੀਆਂ। ਜੇ ਇੱਥੇ ਬੱਚਿਆਂ ਨੂੰ ਉਹੋ ਜਿਹੀਆਂ ਫੈਸਿਲਿਟੀਜ਼ ਮਿਲ ਜਾਣ ਤਾਂ ਫਿਰ ਮੈਂ ਸਮਝਦਾ ਕਿ ਬੱਚਿਆਂ ਦਾ ਝੁਕਾਅ ਜਿਹੜਾ ਹੈਗਾ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਉਸ ਨੂੰ ਇੱਥੇ ਆਪਣੇ ਮੁਲਕ ਨਾਲ ਉਹ ਜ਼ਿਆਦਾ ਰਹਿਣਗੇ ਔਰ ਇੱਥੇ ਜ਼ਿਆਦਾ ਕੰਮ ਕਰਨਗੇ। ਦੂਸਰਾ ਜਿਹੜਾ ਹੈਗਾ ਰਿਸ਼ਵਤ ਦਾ, ਇਹ ਜੇ ਕੰਟਰੋਲ ਨਾ ਕੀਤਾ, ਰਿਸ਼ਵਤ ਜਿਹੜੀ ਹੈਗੀ ਨਾ ਕੰਟਰੋਲ ਹੋਈ ਤਾਂ ਮੈਂ ਸਮਝਦਾ ਕਿ 25 ਸਾਲ ਕੀ 100 ਸਾਲ ਕੀ ਉਸ ਤੋਂ ਵੀ ਜੇ ਅਸੀਂ ਅੱਗੇ ਚਲੇ ਜਾਵਾਂਗੇ ਤਾਂ ਵੀ ਇਹ ਸਾਡੇ ਮੁਲਕ ਦੀ ਤਰੱਕੀ ਨਹੀਂ ਹੋ ਸਕਦੀ। ਸਾਡਾ ਜਿਹੜਾ ਇਮੇਜ ਹੈਗਾ ਉਹ ਇੰਨਾ ਵਧੀਆ ਨਹੀਂ ਰਹੂਗਾ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਜ਼ਰੂਰਤ ਹੈਗੀ। ਪ੍ਰੋਫੈਸਰ ਡਾਕਟਰ ਬਿਕਰਮ ਸਿੰਘ ਵਿਰਕ ਜੀ, ਤੁਸੀਂ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦੇਖਦੇ ਹੋ ਜਦੋਂ ਅਸੀਂ ਆਜ਼ਾਦੀ ਦੇ 100 ਸਾਲ ਮਨਾ ਰਹੇ ਹੋਵਾਂਗੇ ਤਾਂ ਆਰਥਿਕ ਤੌਰ 'ਤੇ ਮੁੱਖ ਤੌਰ 'ਤੇ ਕਿਹੜੀਆਂ ਚੁਣੌਤੀਆਂ ਤੁਸੀਂ ਦੇਖਦੇ ਹੋ? ਹਾਂ, ਦੇਖੋ ਜੀ, ਆਰਥਿਕ ਤੌਰ ਦੇ ਉੱਤੇ ਜਿਹੜੀਆਂ ਕੁਛ ਚੁਣੌਤੀਆਂ ਹੁੰਦੀਆਂ ਜਿਹੜੀਆਂ ਥੋੜ੍ਹ ਚਿਰੀਆਂ ਹੁੰਦੀਆਂ ਜੀ, ਔਰ ਕੁਛ ਹੁੰਦੀਆਂ ਜਿਹੜੀਆਂ ਲੰਬੇ ਸਮੇਂ 'ਤੇ, ਜਿਸ ਤਰੀਕੇ ਨਾਲ ਹਾਲ ਹੀ ਵਿੱਚ ਯੂਕਰੇਨ ਦੇ ਵਿੱਚ ਜੰਗ ਲੱਗਣ ਕਰਕੇ ਕਿਉਂਕਿ ਅਸੀਂ ਤਕਰੀਬਨ 80 ਤੋਂ 85% ਕੱਚਾ ਤੇਲ ਬਾਹਰੋਂ ਮੰਗਵਾਉਣੇ ਆ ਜੀ, ਉਹ ਇੱਕਦਮ ਮਹਿੰਗਾ ਹੋ ਗਿਆ। ਉਹਦਾ ਸਾਡੀ ਅਰਥ ਵਿਵਸਥਾ ਦੇ ਉੱਤੇ ਬਹੁਤ ਮਾੜਾ ਅਸਰ ਪਿਆ ਜੀ। ਮਹਿੰਗਾਈ ਵੱਧ ਗਈ। ਇੱਕ ਛੋਟੀ ਜਿਹੀ ਚੀਜ਼ ਨਾਲ ਇੰਨਾ ਪ੍ਰਭਾਵ ਉਸ ਚੀਜ਼ ਦਾ ਪਿਆ। ਪਰ ਚਲੋ ਇਹ ਥੋੜ੍ਹ ਚਿਰੀਆਂ ਹੁੰਦੀਆਂ ਨੇ, ਸਮੇਂ ਦੇ ਨਾਲ ਇਹ 'ਤੇ ਕਾਬੂ ਪਾ ਸਕਦੇ ਹਾਂ। ਸਭ ਤੋਂ ਜਿਹੜੀ ਵੱਡੀ ਚੁਣੌਤੀ ਇਸ ਵੇਲੇ ਆਰਥਿਕ ਮੁਹਾਜ ਤੋਂ ਹੈ ਉਹ ਹੈ ਸਾਡੀ ਬੜੀ ਤੇਜ਼ੀ ਨਾਲ ਵੱਧਦੀ ਹੋਈ ਪਾਪੂਲੇਸ਼ਨ ਜੀ, ਕਿਉਂਕਿ ਸਾਡੀ ਜਿਹੜੀ ਆਬਾਦੀ ਹੈ ਇਸ ਵੇਲੇ ਤਕਰੀਬਨ 150 ਕਰੋੜ 153 ਤੋਂ ਪਾਰ ਅਸੀਂ ਕਰ ਚੁੱਕੇ ਹਾਂ ਔਰ ਥੋੜ੍ਹੇ ਹੀ ਸਮੇਂ 'ਚ ਅਸੀਂ ਚਾਈਨਾ ਨੂੰ ਪਛਾੜ ਕੇ ਪੂਰੀ ਦੁਨੀਆ ਦੇ ਵਿੱਚ ਪਾਪੂਲੇਸ਼ਨ ਦੇ ਖੇਤਰ ਵਿੱਚ ਨੰਬਰ 1 ਹੋ ਜਾਵਾਂਗੇ ਜੀ। ਇਸ ਨੂੰ
ਕੰਟਰੋਲ ਕਰਨ ਔਰ ਨਿਯਮਿਤ ਕਰਨ ਦੀ ਜ਼ਰੂਰਤ ਹੈ ਜੀ। ਕਿਉਂਕਿ ਪਹਿਲੇ ਸਾਲਾਂ ਦੇ ਵਿੱਚ ਅਸੀਂ ਇਸ ਚੀਜ਼ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਪਿਛਲੇ ਸਮੇਂ ਦੇ ਵਿੱਚ ਇਹਦੇ ਵੱਲ ਧਿਆਨ ਜਿਹੜਾ ਅਸੀਂ ਦਿੱਤਾ ਆ, ਤੋ ਇਸ ਚੀਜ਼ ਨੂੰ ਕੁਆਲਿਟੀ ਆਫ ਪਾਪੂਲੇਸ਼ਨ ਕੰਟਰੋਲ, ਲੇਕਿਨ ਜਿਹੜੇ ਸਾਡੀ ਪਾਪੂਲੇਸ਼ਨ ਯੰਗ ਹੈ ਉਹਦੀ ਕੁਆਲਿਟੀ, ਉਹਦੀ ਜਾਣੀ ਸਿੱਖਿਆ, ਸਿਹਤ, ਉਸ ਚੀਜ਼ ਦਾ ਮਿਆਰ ਜਿਹੜਾ ਉੱਚ ਪੱਧਰੀ ਹੋਣਾ ਚਾਹੀਦਾ ਤਾਂ ਕਿ ਕੱਲ੍ਹ ਨੂੰ ਉਹ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਆਪਣਾ ਵਧੀਆ ਯੋਗਦਾਨ ਪਾ ਸਕਣ। ਜੀ, ਯਾਨੀ ਉਹਦਾ ਬੌਧਿਕ ਵਿਕਾਸ ਤੇ ਬਹੁਪੱਖੀ ਵਿਕਾਸ ਹੋਣਾ ਚਾਹੀਦਾ। ਬਿਲਕੁਲ। ਤੇ ਅਖੀਰ ਦੇ ਉੱਤੇ ਡਾਕਟਰ ਕੁਨਾਲ ਮਹਿਤਾ, ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਚੁਣੌਤੀਆਂ ਸਾਨੂੰ ਰਾਜਨੀਤਿਕ, ਇਤਿਹਾਸਕ ਤੌਰ 'ਤੇ ਜਾਂ ਆਪਾਂ ਕਹਿ ਸਕਦੇ ਹਾਂ ਵਿਗਿਆਨਕ ਤੌਰ 'ਤੇ ਆਉਣ ਵਾਲੇ ਸਮੇਂ 'ਚ ਆਉਣਗੀਆਂ? ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਹੈ ਕਿ ਜਿਵੇਂ ਕਿ ਨਿਊ ਐਜੂਕੇਸ਼ਨ ਪਾਲਿਸੀ ਨੂੰ, ਉਹ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਪਹਿਲੀ ਵਾਰ ਇੱਕ ਇੰਨੀ ਇਲੈਬੋਰੇਟ ਐਜੂਕੇਸ਼ਨ ਪਾਲਿਸੀ ਭਾਰਤ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਮੈਨੂੰ ਲੱਗਦਾ ਹੈ ਕਿ ਜੇ NEP ਲਾਗੂ ਕੀਤੀ ਜਾਂਦੀ ਹੈ ਚੰਗੀ ਤਰ੍ਹਾਂ ਤਾਂ ਸਾਡੇ ਯੂਥ ਨੂੰ ਸੰਭਾਲਣ ਦੀ ਲੋੜ ਹੈ, ਯੂਥ ਦੇ ਮਾਈਂਡ ਨੂੰ ਸੰਭਾਲਣ ਦੀ ਲੋੜ ਹੈ, ਯੂਥ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੀ ਲੋੜ ਹੈ ਔਰ ਉਹਨਾਂ ਵਿੱਚ ਭਾਰਤੀਅਤਾ ਤੇ ਨੈਸ਼ਨਲਿਜ਼ਮ ਦੀ ਜਿਹੜੀ ਫੀਲਿੰਗਸ ਹੈ ਉਸ ਨੂੰ ਇਨਬੋਰਨ ਕਰਨ ਦੀ ਲੋੜ ਹੈ। ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹ ਇਹੀ ਹੈ ਕਿ ਸਾਡੇ ਜਿਹੜੀ ਅਸੀਂ ਇਹ ਸੋਚੀਏ ਕਿ ਅਸੀਂ ਦੇਸ਼ ਦੇ ਪਹਿਲਾਂ ਹਾਂ, ਬਾਕੀ ਸਭ ਕੁਝ ਬਾਅਦ ਵਿੱਚ ਹੈ। ਤੇ ਜੇ ਇਸ ਤਰ੍ਹਾਂ ਦੀ ਭਾਵਨਾ ਜਾਗਰਿਤ ਕਰਨ ਦੀ ਲੋੜ ਹੈ ਔਰ ਆਉਣ ਵਾਲੇ 25 ਸਾਲਾਂ ਵਿੱਚ ਇਹ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਜਿਸ ਹਿਸਾਬ ਨਾਲ ਸਾਡਾ ਜਿਹੜਾ ਯੂਥ ਹੈ ਉਹ ਬਾਹਰਲੇ ਦੇਸ਼ਾਂ ਵੱਲ ਅਟਰੈਕਟ ਹੋ ਰਿਹਾ ਹੈ, ਉਹਨਾਂ ਨੂੰ ਆਪਣੇ ਹੈਰੀਟੇਜ ਬਾਰੇ, ਆਪਣੇ ਕਲਚਰ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਦੱਸਣ ਦੀ ਲੋੜ ਹੈ। ਤੇ ਮੈਨੂੰ ਲੱਗਦਾ ਹੈ ਕਿ ਔਰ ਪਲੱਸ ਸਾਨੂੰ ਆਪਣਾ ਜਿਹੜਾ ਨਰੋਲ ਇਤਿਹਾਸ ਹੈ ਉਹ ਸੰਭਾਲ ਕੇ ਰੱਖਣ ਦੀ ਲੋੜ ਹੈ, ਪਲੱਸ ਲੋਕਾਂ ਨਾਲ ਉਸ ਨੂੰ ਸਾਂਝਾ ਕਰਨ ਦੀ ਵੀ ਲੋੜ ਹੈ। ਜੀ, ਬਹੁਤ ਵਧੀਆ ਜਿਹੜੀ ਮਹਿਤਾ ਸਾਹਿਬ ਤੁਸੀਂ ਗੱਲ ਦੱਸੀ ਹੈ ਕਿ ਸਾਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਬੌਧਿਕ ਤੌਰ 'ਤੇ ਵਿਕਸਿਤ ਕਰਕੇ ਤੇ ਦੇਸ਼ ਦੇ ਵਿੱਚ ਹੀ ਰੱਖਣ ਦੀ ਬਹੁਤ ਲੋੜ ਹੈ। ਤਾਂ ਇਸ ਦੇ ਨਾਲ ਹੀ ਮੈਂ ਸਾਡੇ ਅੱਜ ਦੇ ਮਹਿਮਾਨ ਪ੍ਰੋਫੈਸਰ ਡਾਕਟਰ ਵਿਕਰਮ ਸਿੰਘ ਜੀ ਵਿਰਕ, ਡਾਕਟਰ ਕੁਨਾਲ ਮਹਿਤਾ ਜੀ ਤੇ ਸ਼੍ਰੀ ਪ੍ਰੀਤਮ ਸਿੰਘ ਗੁਲਸ਼ਨ ਜੀ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਇਸ ਦੇ ਨਾਲ ਹੀ ਮੈਨੂੰ ਆਗਿਆ ਦਿਓ। ਧੰਨਵਾਦ। ਤੁਹਾਡਾ ਵੀ ਧੰਨਵਾਦ।